ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ 52 ਹੁਕਮਨਾਮੇ 52 ਬਚਨਾਂ ਦੀ ਲੜੀ ਦੇ ਵਿੱਚ ਅੱਜ ਆਪ ਸਾਰੀਆਂ ਸੰਗਤਾਂ ਦੇ ਸਨਮੁਖ 16ਵਾਂ ਹੁਕਮ ਲੈ ਕੇ ਹਾਜ਼ਰ ਹਾਂ। ਸਤਿਗੁਰੂ ਜੀ ਨੇ ਜਿਸ ਤਰ੍ਹਾਂ 14ਵੇਂ ਤੇ 15ਵੇਂ ਹੁਕਮ ਦੇ ਵਿੱਚ ਇਹੀ ਕਿਹਾ ਸੀ ਕਿ ਭਾਈ ਕਿ ਗ੍ਰਸਤ ਆਨੰਦ ਤੋਂ ਬਿਨਾ ਨਹੀਂ ਕਰਨਾ। ਉਪਰੰਤ ਸਤਿਗੁਰੂ ਜੀ ਨੇ ਆਖਿਆ ਕਿ ਪਰਾਈ ਔਰਤ ਨੂੰ ਮਾਂ ਭੈਣ ਤੇ ਧੀ ਕਰਕੇ ਜਾਣਨਾ। ਤੇ 16ਵੇਂ ਬਚਨ ਦੇ ਵਿੱਚ ਸਤਿਗੁਰੂ ਜੀ ਨੇ ਇਹੀ ਹੁਕਮ ਕੀਤਾ ਕਿ ਇਸਤਰੀ ਦਾ ਮੁਖ ਨਹੀਂ ਫਟਕਾਰਨਾ, ਇਸਤਰੀ ਨੂੰ ਸਮਾਨ ਦਰਜਾ ਦੇਣਾ ਹੈ, ਇਸਤਰੀ ਦਾ ਸਤਿਕਾਰ ਕਰਨਾ ਹੈ। ਇਸਤਰੀ ਜਨਨੀ ਹੈ, ਇਸਤਰੀ ਜਨਮ ਦੇਣ ਵਾਲੀ ਹੈ ਤੇ ਇਸਤਰੀ ਦਾ ਸਤਿਕਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਬਹੁਤ ਉੱਚਾ ਹੈ। ਸੋ ਸਤਿਗੁਰੂ ਜੀ ਨੇ ਸਮਾਜ ਨੂੰ ਸੋਹਣਾ ਬਣਾਉਣ ਵਾਸਤੇ ਇਹੀ ਕਿਹਾ ਕਿ ਇਸਤਰੀ ਦਾ ਮੂੰਹ ਨਾ ਫਿਟਕਾਰੋ। ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹੀ ਦੇਖਿਆ ਕਿ ਹਜ਼ਾਰਾਂ ਸਾਲਾਂ ਤੋਂ ਇਸਤਰੀ ਦੀ ਦਸ਼ਾ ਇਸ ਸਮਾਜ ਦੇ ਵਿੱਚ ਬਹੁਤ ਮਾੜੀ ਹੈ। ਪਸ਼ੂਆਂ ਦੀ ਤਰ੍ਹਾਂ, ਢੋਰ ਦੀ ਤਰ੍ਹਾਂ, ਇੱਥੋਂ ਤੱਕ ਕਿ ਨੌਕਰਾਂ ਦੀ ਤਰ੍ਹਾਂ, ਨੀਚ ਦੀ ਤਰ੍ਹਾਂ ਇਸਤਰੀ ਦੇ ਨਾਲ ਪੇਸ਼ ਆਇਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਡੰਕੇ ਦੀ ਚੋਟ ਉੱਤੇ ਇਹ ਆਖਿਆ ਕਿ ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ, ਜਿਹੜੇ ਰਾਜਿਆਂ ਨੂੰ ਵੀ ਜਨਮ ਦਿੰਦੀ ਹੈ, ਵੱਡਿਆਂ ਪਾਤਸ਼ਾਹਾਂ ਨੂੰ ਜਨਮ ਦਿੰਦੀ ਹੈ। ਭੰਡੋ ਹੀ ਭੰਡ ਉਪਜੈ, ਭੰਡ ਤੋਂ ਔਰਤ ਤੋਂ ਹੀ ਔਰਤ ਜਨਮ ਲੈਂਦੀ ਹੈ ਤੇ ਔਰਤ ਤੋਂ ਹੀ ਅੱਗੇ ਫਿਰ ਸਾਰੀਆਂ ਸਮਾਜ ਦੀਆਂ ਗਤੀਵਿਧੀਆਂ ਚੱਲਦੀਆਂ ਨੇ। ਔਰਤ ਤੋਂ ਹੀ ਫਿਰ ਰਿਸ਼ਤੇਦਾਰੀਆਂ, ਔਰਤ ਤੋਂ ਹੀ ਫਿਰ ਪਰਿਵਾਰ ਦਾ ਵਿਕਾਸ ਹੁੰਦਾ ਹੈ। ਤੇ ਫਿਰ ਤੁਸੀਂ ਔਰਤ ਨੂੰ ਮੰਦਾ ਕਿਉਂ ਆਖਦੇ ਹੋ? ਬਾਬਾ ਸ਼ੇਖ ਫਰੀਦ 1173 ਦੇ ਵਿੱਚ ਇਹ ਆਖ ਗਏ ਹੈ ਕਿ ਤਿੰਨ ਧਨ ਜਣੇ ਦੀ ਮਾਓ ਆਏ ਸਫਲ ਸੇ। ਉਸੀ ਗੱਲ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਦਰਜ ਕਰਵਾਇਆ। ਸਾਹਿਬ ਸਤਿਗੁਰੂ ਨੇ ਇਹੀ ਆਖਿਆ ਕਿ ਜਿਸ ਵੇਲੇ ਸਤਿਗੁਰੂ ਜੀ ਮਦਰਾਸ ਦੀ ਧਰਤੀ ਤੇ ਪਹੁੰਚੇ ਹੈ ਤੇ ਉੱਥੇ ਗੰਗਾ ਦੇ ਕੰਢੇ ਸਤਿਗੁਰੂ ਜੀ ਨੇ ਦੇਖਿਆ ਕਿ ਵਿਧਵਾ ਔਰਤਾਂ ਦੇ ਨਾਲ ਬਹੁਤ ਮਾੜਾ ਸਲੂਕ ਕੀਤਾ ਜਾਂਦਾ ਹੈ। ਔਰਤਾਂ ਦੇ ਵਾਲ ਕੱਟ ਦਿੱਤੇ ਜਾਂਦੇ ਹੈ, ਉਹਨਾਂ ਦੀ ਟਿੰਡ ਕੱਟ ਦਿੱਤੀ ਜਾਂਦੀ ਹੈ, ਗੰਜਾ ਕਰ ਦਿੱਤਾ ਜਾਂਦਾ ਹੈ ਔਰ ਉਹਨਾਂ ਨੂੰ ਇੱਕੋ ਹੀ ਧੋਤੀ ਦੇ ਵਿੱਚ ਸਾਰਾ ਜੀਵਨ ਬਤੀਤ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਬਿਲਕੁਲ ਸਮਾਜ ਤੋਂ ਪਛੜਾ ਕਰ ਦਿੱਤਾ ਜਾਂਦਾ ਹੈ। ਉਹਨਾਂ ਦੇ ਭਾਂਡੇ ਵੀ ਵੱਖਰੇ ਕਰ ਦਿੱਤੇ ਜਾਂਦੇ ਹੈ। ਪਰ ਸਤਿਗੁਰੂ ਜੀ ਨੇ ਇਸ ਗੱਲ ਦੀ ਨਿਖੇਧੀ ਕੀਤੀ ਤੇ ਉਸ ਦਿਨ ਸ਼ਾਮ ਦੀ ਸੰਗਤ ਗੰਗਾ ਦੇ ਕੰਢੇ ਬੈਠ ਕੇ ਸਤਿਗੁਰੂ ਜੀ ਨੇ ਇਹੀ ਐਲਾਨ ਕੀਤਾ ਕਿ ਇਹ ਬੜੀ ਸੰਗਤ ਹੈ, ਇਹ ਬੜੀ ਸਿੱਖ ਸੰਗਤ ਹੈ। ਤੇ ਭਾਈ ਮਰਦਾਨਾ ਜੀ ਨੇ ਇਹੀ ਸਵਾਲ ਕੀਤਾ ਸੀ ਕਿ ਸਤਿਗੁਰੂ ਜੀ ਇਸ ਤੋਂ ਪਹਿਲਾਂ ਬੜੇ ਵੱਡੇ ਵੱਡੇ ਇਕੱਠ ਹੋਏ ਨੇ, ਦੇਸ਼ਾਂ ਵਿਦੇਸ਼ਾਂ ਵਿੱਚ ਅਸੀਂ ਗਏ ਹਾਂ, ਪਰ ਇੱਥੇ ਚੰਦ ਲੋਕ, ਚੰਦ ਸੰਗਤ ਹੀ ਬੈਠੀ ਹੈ, ਉਹਨਾਂ ਨੂੰ ਤੁਸੀਂ ਬੜੀ ਸਿੱਖ ਸੰਗਤ ਦਾ ਸਨਮਾਨ ਕਿਉਂ ਦੇ ਰਹੇ ਹੋ? ਮਹਾਰਾਜ ਕਹਿੰਦੇ ਇਸ ਸੰਗਤ ਦੇ ਵਿੱਚ ਸੱਜੇ ਪਾਸੇ ਉਹ ਔਰਤਾਂ ਬੈਠੀਆਂ ਨੇ ਜਿਨ੍ਹਾਂ ਨੂੰ ਇਸ ਦੇਸ਼ ਦੇ ਲੋਕਾਂ ਨੇ, ਇਸ ਸਮਾਜ ਦੇ ਲੋਕਾਂ ਨੇ ਲਤਾੜਿਆ ਤੇ ਸੰਗਤ ਨੂੰ ਬਰਾਬਰ ਦਾ ਹਿੱਸਾ ਮਿਲਿਆ। ਇਸ ਕਰਕੇ ਇਹ ਬੜੀ ਸਿੱਖ ਸੰਗਤ ਹੈ। ਇੱਥੇ ਸੰਗਤ ਦਾ ਦਰਜਾ ਉੱਚਾ ਹੈ ਕਿਉਂਕਿ ਸੰਗਤ ਦੇ ਵਿੱਚ ਔਰਤਾਂ ਨੂੰ ਬਰਾਬਰ ਦਾ ਅਧਿਕਾਰ ਮਿਲਿਆ। ਰੱਬ ਦੀ ਬੰਦਗੀ ਕਰਨ ਲੱਗਿਆਂ ਔਰਤਾਂ ਨੂੰ ਬਰਾਬਰ ਦਾ ਅਧਿਕਾਰ ਮਿਲਿਆ। ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਅਲੈਦਾ ਵੀ ਜਿਨੇ ਵੀ ਸਤਿਗੁਰੂ ਜੀ ਦੀ ਕਿਰਪਾ ਨਾਲ ਕੁੱਲ 6 ਗੁਰੂ ਸਾਹਿਬਾਨਾਂ ਦੀ ਬਾਣੀ ਹੈ। 6 ਗੁਰੂ ਸਾਹਿਬਾਨਾਂ ਨੇ ਭਾਵੇਂ ਜਾਮਾ ਮਰਦਾਂ ਵਾਲਾ ਹੈ ਪਰ ਉਹਨਾਂ ਨੇ ਅੰਦਰ ਦੀ ਜਿਹੜੀ ਪੁਕਾਰ ਹੈ, ਅੰਦਰ ਦੀ ਉਸ ਸ਼ੌਹ ਦੇ ਨਾਲ ਪ੍ਰੀਤ ਹੈ, ਅੰਦਰ ਦੀ ਬੇਵਲਤਾ ਹੈ, ਉਹ ਜੀਵ ਆਤਮਾ ਰੂਪ ਦੇ ਵਿੱਚ ਹੀ ਪ੍ਰਗਟ ਕੀਤੀ ਹੈ। ਉੱਥੇ ਜ਼ਿਕਰ ਕੀਤਾ ਹੈ ਕਿ ਮੈਂ ਕਾਮਣ ਮੇਰਾ ਕੰਤ ਕਰਤਾਰ, ਜਿਹਾ ਕਰਾਈ ਤੇਹਾ ਕਰੀ ਸਿੰਗਾਰ। ਉੱਥੇ ਇਹ ਵੀ ਜ਼ਿਕਰ ਆਇਆ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ, ਮੈਂ ਬੌਰੀ ਮੇਰਾ ਰਾਮ ਪਤਾਰ, ਰਚ ਰਚ ਤਾਕੋ ਕਰੋ ਸਿੰਗਾਰ, ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਕ, ਤਨ ਮਨ ਰਾਮ ਪਿਆਰੇ ਜੋਗ। ਉਹਦੇ ਵਿੱਚ ਇਹੀ ਭਾਵਨਾ ਤੇ ਸਤਿਗੁਰੂ ਜੀ ਨੇ ਸਾਧ ਸੰਗਤ ਦੇ ਵਿੱਚ ਜਿੰਨੇ ਵੀ ਲੋਕ ਬੈਠੇ ਨੇ, ਭਾਵੇਂ ਉਹ ਮਰਦ ਹੈ ਤੇ ਭਾਵੇਂ ਉਹ ਔਰਤ ਹੈ, ਸਤਿਗੁਰੂ ਜੀ ਨੇ ਜੀਵ ਆਤਮਾ ਰੂਪ ਹੀ ਉਹਨਾਂ ਨੂੰ ਆਖਿਆ। ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਦਾ ਇਹ ਬਚਨ ਹੈ। ਸਤਿਗੁਰੂ ਜੀ ਕਹਿੰਦੇ ਆਵੋ ਭੈਣੇ ਗਲ ਮਿਲਹਿ, ਅੰਕ ਸਹੇ ਲੜੀਆਂ, ਮਿਲ ਕੇ ਕਰਹਿ ਕਹਾਣੀਆਂ ਸਮਰੱਥ ਕੰਤ ਕੀਆਂ। ਕਿ ਉਹਦੇ ਵਿੱਚ ਵੀ ਸਤਿਗੁਰੂ ਜੀ ਨੇ ਜੀਵ ਆਤਮਾ ਨੂੰ ਜੀਵ ਇਸਤਰੀ ਆਖਿਆ ਤੇ ਉਸ ਪ੍ਰਭੂ ਨੂੰ, ਕੰਤ ਨੂੰ ਆਪਣਾ ਖਸਮ ਆਖਿਆ, ਆਪਣਾ ਪਤੀ ਆਖਿਆ। ਸੋ ਸਤਿਗੁਰੂ ਜੀ ਨੇ ਇਹ ਵੱਡੀ ਭਾਵਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਬਖਸ਼ੀ ਹੈ ਕਿ ਜੀਵ ਆਤਮਾ ਦੇ ਅੰਦਰ ਜਿਹੜੀ ਕਰੁਣਾ ਹੁੰਦੀ ਹੈ, ਜਿਹੜਾ ਪ੍ਰੇਮ ਹੁੰਦਾ ਹੈ, ਜਿਹੜਾ ਸਤਿਕਾਰ ਹੁੰਦਾ ਹੈ, ਜਿਹੜਾ ਸੇਵਾ ਭਾਵ ਹੁੰਦਾ ਹੈ, ਉਹ ਔਰਤਾਂ ਵਾਲਾ ਹੀ ਉਚਿਤ ਹੈ। ਔਰਤਾਂ ਦੇ ਵਿੱਚ ਜਿਹੜੀ ਭਾਵਨਾ ਹੁੰਦੀ ਹੈ ਉਹ ਸੁੱਚੀ ਹੁੰਦੀ ਹੈ। ਇਸ ਕਰਕੇ ਜੀਵ ਆਤਮਾ ਨੂੰ ਵੀ ਸਤਿਗੁਰੂ ਜੀ ਨੇ ਜੀਵ ਇਸਤਰੀ ਆਖਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਐਸੇ ਸੈਂਕੜੇ ਉਦਾਹਰਣ ਨੇ ਜਿੱਥੇ ਸਤਿਗੁਰੂ ਜੀ ਨੇ ਆਪਣੇ ਆਪ ਨੂੰ ਜੀਵ ਇਸਤਰੀ ਤੇ ਵਾਹਿਗੁਰੂ ਨੂੰ ਕੰਤ ਆਖਿਆ।
ਇਸ ਕਰਕੇ ਸਤਿਗੁਰੂ ਜੀ ਨੇ ਆਖਿਆ ਕਿ ਔਰਤ ਦਾ ਮੁਖ ਨਹੀਂ ਫਟਕਾਰਨਾ, ਔਰਤ ਨੂੰ ਸਨਮਾਨ ਦੇਣਾ, ਸਤਿਕਾਰ ਦੇਣਾ। ਇਹੀ ਗੱਲ ਹੋਈ ਸੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕੋਲ, ਜਿਸ ਵੇਲੇ ਰਾਮਸਰ ਸਾਹਿਬ ਦੀ ਧਰਤੀ ਤੇ ਸ੍ਰੀ ਗੁਰੂ ਅਰਜਨ ਸਾਹਿਬ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੋਥੀ ਸਾਹਿਬ ਜੀ ਦੀ ਸੰਪਾਦਨਾ ਕਰਾ ਰਹੇ ਸੀ ਤੇ ਦੁਨੀਆ ਦੇ ਹੋਰ ਵੀ ਭਗਤ ਆਏ, ਪੀਲੂ, ਕਾਨਾ, ਛੱਜੂ, ਸ਼ਾਹ ਹੁਸੈਨ, ਤੇ ਗੁਰੂ ਸਾਹਿਬ ਨੂੰ ਕਹਿੰਦੇ ਸਾਡੀ ਬਾਣੀ ਵੀ ਦਰਜ ਕਰੋ। ਤੇ ਉਹਨਾਂ ਵਿੱਚੋਂ ਇੱਕ ਭਗਤ ਕਹਿੰਦਾ ਕਿ ਮੇਰੀ ਬਾਣੀ ਇਹ ਹੈ ਕਿ ਕਾਗਜ਼ ਸੰਧੀ ਪੂਤਰੀ ਤਉ ਨਾ ਤਰਿਆ ਨਿਹਾਰ, ਕਿ ਜੇ ਕਾਗਜ਼ ਦੇ ਉੱਤੇ ਵੀ ਔਰਤ ਦਾ ਚਿੱਤਰ ਬਣਾ ਦਿੱਤਾ ਜਾਏ ਤੇ ਉਹ ਵੀ ਅੱਖਾਂ ਤੋਂ ਦੇਖਣਾ ਪਾਪ ਹੈ। ਮਹਾਰਾਜ ਜੀ ਨੇ ਕਿਹਾ ਗੁਰੂ ਨਾਨਕ ਸਾਹਿਬ ਦੇ ਘਰ ਦਾ ਇਹ ਸੰਕਲਪ ਨਹੀਂ ਹੈ। ਇੱਥੇ ਤੇ ਧਨ ਜਣਿੰਦੀ ਮਾਓ ਹੈ, ਇੱਥੇ ਤੇ ਸੋ ਕਿਉ ਮੰਦਾ ਆਖੀਆ ਹੈ, ਇੱਥੇ ਤੇ ਸਤਕਾਰ ਹੈ, ਇੱਥੇ ਤੇ ਰੱਬ ਨੂੰ ਮਾਂ ਦੇ ਸੁਭਾਅ ਦੇ ਨਾਲ ਹੀ ਦਰਸਾਇਆ ਗਿਆ ਬਾਣੀ ਦੇ ਵਿੱਚ। ਭਗਤ ਜੀ ਕਹਿੰਦੇ ਹੈ ਕਿ ਜਿਸ ਤਰ੍ਹਾਂ ਪੁੱਤਰ ਔਲਾਦ ਮਾਂ ਦੇ ਨਾਲ ਧੱਕਾ ਕਰੇ, ਮਾਂ ਨੂੰ ਮਾੜਾ ਵੀ ਬੋਲੇ, ਇੱਥੋਂ ਤੱਕ ਕਿ ਹੱਥ ਵੀ ਚੱਕੇ, ਤਾਂ ਵੀ ਮਾਂ ਔਲਾਦ ਬਾਰੇ ਆਪਣੇ ਮਨ ਦੇ ਵਿੱਚ ਕੋਈ ਗੁੱਸਾ ਨਹੀਂ ਰੱਖਦੀ। ਜੇ ਅਤ ਕਰੋਪ ਕਰੇ ਕਰ ਧਾਇਆ, ਤਾਂ ਵੀ ਚੀਤ ਨਾ ਰਾਖਸ ਮਾਇਆ। ਮਾਂ ਦਾ ਸੁਭਾਅ ਤੇ ਰੱਬ ਦਾ ਸੁਭਾਅ ਇੱਕੋ ਹੀ ਹੈ। ਇਸ ਕਰਕੇ ਇਹ ਔਰਤ ਮਾਂ ਦੀ ਤਰ੍ਹਾਂ ਕਿਸੇ ਵੀ ਤਰ੍ਹਾਂ ਦਾ ਔਗੁਣ ਨਹੀਂ ਦੇਖਦੀ ਆਪਣੀ ਔਲਾਦ ਦੇ ਵਿੱਚ। ਇਹ ਔਰਤ ਇੱਕ ਭੈਣ ਦੀ ਤਰ੍ਹਾਂ ਪਰਿਵਾਰ ਦੇ ਵਿੱਚ ਇੱਕ ਸਾਥ ਹੈ। ਇਹੀ ਔਰਤ ਇੱਕ ਧੀ ਦੀ ਤਰ੍ਹਾਂ ਆਪਣੇ ਮਾਤਾ ਪਿਤਾ ਦਾ ਦੁੱਖ ਕੱਟਦੀ ਹੈ। ਇਹੀ ਔਰਤ ਪਤਨੀ ਬਣ ਕੇ ਸਮਾਜ ਦੀ ਰਾਹ ਰੀਤ ਨੂੰ ਪੂਰਾ ਕਰਦੀ ਹੈ, ਗ੍ਰਿਸ਼ਤ ਨੂੰ ਨਿਭਾਉਂਦੀ ਹੈ। ਇਹੀ ਔਰਤ ਘਰ ਦੀ ਚੰਗੀ ਨੂੰਹ ਬਣ ਕੇ ਘਰ ਦੀਆਂ ਨੀਹਾਂ ਨੂੰ ਪੱਕੀ ਕਰਦੀ ਹੈ। ਸਤਿਗੁਰੂ ਜੀ ਨੇ ਇਹੀ ਹੁਕਮ ਕੀਤਾ ਕਿ ਭਾਈ ਔਰਤ ਨੂੰ ਸਤਿਕਾਰ ਦੇਣਾ, ਭਾਵੇਂ ਉਹ ਧੀ ਹੋਏ, ਭੈਣ ਹੋਏ, ਮਾਂ ਹੋਏ, ਤੇ ਭਾਵੇਂ ਉਹ ਪਰਾਈ ਕਿਉਂ ਨਾ ਹੋਏ। ਸਤਿਗੁਰੂ ਜੀ ਬਖਸ਼ਿਸ਼ ਕਰਨ। ਸਤਿਗੁਰੂ ਜੀ ਦਾ ਇਹ ਹੁਕਮ 16ਵਾਂ ਬਚਨ ਅਸੀਂ ਆਪਣੇ ਜੀਵਨ ਦਾ ਆਧਾਰ ਬਣਾ ਸਕੀਏ, ਤਾਂ ਕਿ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।